ਅਸਲ ਦੇ ਵਿੱਚ ਜੀ ਮੈਂ ਨਿਯਮਾਂ ਦੇ ਮੁਤਾਬਕ ਕੰਮ ਕਰ ਰਹੀ ਹਾਂ, ਇਸੇ ਕਰਕੇ ਦੋਸ਼ ਲੱਗ ਰਹੇ ਨੇ। ਠੀਕ ਹੈ ਜੀ। ਕਰੰਟਲੀ ਤੁਸੀਂ ਦੇਖਿਆ ਹੋਣਾ ਨਿਊਜ਼ ਦੇ ਵਿੱਚ ਵੀ ਕਿ ਇੱਕ 100 ਕਰੋੜ ਤੋਂ ਵੱਧ ਦੇ ਘੁਟਾਲੇ ਦੀ ਮੈਂ ਜਾਂਚ ਕਰ ਰਹੀ ਹੈਗੀ, ਕਿਉਂਕਿ ਉਹਦੀ ਐਕਚੁਅਲ ਵੈਲਿਊ ਜਦੋਂ ਅਸੀਂ ਟਰਾਂਸਪੋਰਟ ਡਿਪਾਰਟਮੈਂਟ ਦੀ ਜੋ ਹੈ ਅਸੈਸਮੈਂਟ ਦੇ ਅਕੋਰਡਿੰਗ ਲਗਾਈ ਹੈ, ਉਹਦੀ ਕੀਮਤ ਉਸ ਟਾਈਮ ਤੇ 18,000 ਬਣਦੀ ਸੀ ਨੇ ਕਿ ਉਹਦਾ ਅਸੀਂ ਕੁਝ ਪਰਸੈਂਟੇਜ ਜਿਹੜੀ ਹੈਗੀ ਆ ਉਹ ਬਲਾਕ ਸੰਮਤੀ ਦੇ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਹੈ, ਤੇ ਉਹਦੇ ਅਸੀਂ ਬਣਦੇ ਹੋਏ 22% ਦੇ ਹਿਸਾਬ ਦੇ ਨਾਲ ਬਲਾਕ ਸੰਮਤੀ ਪਖਵਾਲ ਦੇ ਵਿੱਚ ਉਹਨਾਂ ਨੇ ਪੈਸੇ ਜਮ੍ਹਾਂ ਕਰਵਾਉਣੇ ਸੀ। ਵਿਆਜ ਕਿਵੇਂ ਜੀ? 2.25 ਕਰੋੜ ਜਦੋਂ ਆਡਿਟ ਦਾ ਇੱਕ ਪਾਰਟੀ ਕਹਿ ਰਹੀ ਹੈ ਵੀ 2.25 ਕਰੋੜ ਸੰਮਤੀ ਦਾ ਸ਼ੇਅਰ ਬਣਦਾ, ਉਹਨਾਂ ਨੂੰ ਦਿਓ, ਤਾਂ ਵਿਆਜ ਉਹਨਾਂ ਕੋਲ ਪਿਆ ਹੀ ਨਹੀਂ ਸੀ ਹੋਇਆ 2.25 ਕਰੋੜ ਰੁਪਏ। ਇਹ ਇੱਕ ਬੇਬੁਨਿਆਦ ਦੋਸ਼ ਹੈਗਾ, ਕਿਉਂਕਿ ਮੇਰੇ ਕੋਲ ਸਾਰੇ ਜੋ ਡਾਕੂਮੈਂਟਸ ਨੇ ਮੈਂ ਤੁਹਾਨੂੰ ਦਿਖਾ ਸਕਦੀ ਹਾਂ, ਔਨ ਰਿਕਾਰਡ ਸਾਰੇ ਡਾਕੂਮੈਂਟਸ ਮੇਰੇ ਕੋਲ ਹੈਗੇ ਨੇ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ। ਪੰਜਾਬ ਦਾ ਪੇਂਡੂ ਪੰਚਾਇਤ ਤੇ ਵਿਕਾਸ ਵਿਭਾਗ ਹੈ ਜਿਹੜਾ ਅੱਜਕੱਲ ਘੁਟਾਲਿਆਂ ਕਰਕੇ ਚਰਚਾ 'ਚ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿੱਛੇ ਜਿਹੜੀਆਂ ਪੰਜਾਬ ਦੀਆਂ ਪੰਚਾਇਤਾਂ ਸੀ ਉਹਨਾਂ ਨੂੰ ਵੀ ਸਸਪੈਂਡ ਕੀਤਾ ਸੀ, ਭਾਵੇਂ ਹਾਈ ਕੋਰਟ ਦੇ ਵਿੱਚੋਂ ਸਰਕਾਰ ਨੂੰ ਫਟਕਾਰ ਲੱਗੀ ਹੈ, ਕਿਉਂਕਿ ਸਰਕਾਰ ਦਾ ਤਰਕ ਸੀ ਕਿ ਸਾਰੀਆਂ ਹੀ ਪੰਚਾਇਤਾਂ ਨੇ ਜਿਹੜੀਆਂ ਉਹ ਭ੍ਰਿਸ਼ਟ ਨੇ। ਇਸ ਟਾਈਮ ਸਾਡੇ ਨਾਲ ਡੀਡੀਪੀਓ ਮੈਡਮ ਨਵਦੀਪ ਕੌਰ ਨੇ, ਜਿਨ੍ਹਾਂ ਦੇ ਉੱਪਰ ਵੀ ਦੋਸ਼ ਲੱਗਦੇ ਕਿ ਉਹਨਾਂ ਨੇ ਨਿਯਮਾਂ ਨੂੰ ਗਲਤ ਤਰੀਕੇ ਦੇ ਨਾਲ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਗੱਡੀ ਆਪਣੇ ਪਤੀ ਦੇ ਨਾਮ ਕਰਵਾ ਦਿੱਤੀ, ਜਿਹੜੀ ਸਰਕਾਰੀ ਗੱਡੀ ਸੀ, ਤੇ ਇੱਕ ਪਿੰਡ ਦੀ ਜਿਹੜੀ ਐਫਡੀ ਵੀ ਤੜਵਾ ਦਿੱਤੀ। ਮੈਡਮ ਸਾਡੇ ਨਾਲ ਨੇ। ਮੈਡਮ ਸਤਿ ਸ਼੍ਰੀ ਅਕਾਲ। ਮੈਡਮ ਤੁਸੀਂ ਬੀਡੀਪੀਓ ਸੀ ਜਦੋਂ ਦਰਾਹੇ, ਤਾਂ ਤੁਹਾਡੇ ਤੇ ਇਲਜ਼ਾਮ ਲੱਗਿਆ ਕਿ ਉੱਥੇ ਇੱਕ ਸਰਕਾਰੀ ਗੱਡੀ ਸੀ, ਤੁਸੀਂ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਉਹ ਗੱਡੀ ਹੈ ਆਪਣੇ ਪਤੀ ਦੇ ਨਾਮ ਕਰਵਾ ਦਿੱਤੀ। ਜੀ ਇਹ ਬਿਲਕੁਲ ਠੀਕ ਹੈ ਜੀ। ਇਹ ਇਲਜ਼ਾਮ ਮੇਰੇ ਤੇ ਲਗਾਇਆ ਗਿਆ ਸੀ, ਜੋ ਕਿ ਬਿਲਕੁਲ ਬੇਬੁਨਿਆਦ ਹੈਗਾ। ਮੈਂ ਬੀਡੀਪੀਓ ਦਰਾਹਾ ਇੱਕ ਲੰਬਾ ਸਮਾਂ ਬਤੌਰ ਵੀਡੀਓ ਉਸ ਬਲਾਕ ਦੇ ਵਿੱਚ ਰਹੀ ਹੈਗੀ ਹਾਂ, ਅਤੇ ਉੱਥੇ ਇੱਕ 1993 ਮਾਡਲ ਦੀ ਜਿਪਸੀ ਸੀਗੀ, ਜਿਹੜੀ ਕਿ ਮੇਰੇ ਉੱਥੇ ਜੁਆਇਨ ਕਰਨ ਤੋਂ ਪਹਿਲਾਂ ਹੀ ਕੰਡਮ ਕਰ ਦਿੱਤੀ ਗਈ ਸੀ। ਉਹਦਾ ਜਿਹੜੀ ਵੈਲਿਊ ਸੀ ਸਾਰਾ ਕੁਝ ਪਵਾਇਆ ਹੋਇਆ ਸੀ, ਸਾਰੀ ਡਾਕੂਮੈਂਟੇਸ਼ਨ ਕੰਪਲੀਟ ਸੀ, ਔਰ ਇੱਕ ਦੋ ਵਾਰੀ ਉਹਦੀ ਬੋਲੀ ਵੀ ਰੱਖੀ ਗਈ ਜਿਹੜੀ ਕਿ ਸਿਰੇ ਨਹੀਂ ਸੀ ਚੜੀ। ਸੋ ਸੰਮਤੀ ਨੇ ਉੱਥੇ ਫਿਰ ਮਤਾ ਪਾਇਆ ਕਿ ਜੇ ਇਹ ਮੰਨ ਲਓ 50,000 ਤੇ ਨਹੀਂ ਵਿਕਰੀ ਹੈਗੀ ਤਾਂ ਅਸੀਂ 35,000 ਤੇ ਇਸ ਗੱਡੀ ਨੂੰ ਵੇਚਣਾ ਚਾਹੁੰਦੇ ਹੈਗੇ ਆ, ਅਤੇ ਅਸੀਂ ਉਹਦਾ ਇਸ਼ਤਿਹਾਰ ਦਿੱਤਾ ਅਤੇ ਉਹਦੀ ਬੋਲੀ ਰੱਖੀ, ਅਤੇ 35,000 ਤੇ ਵੀ ਜਦੋਂ ਕੋਈ ਉਹਨੂੰ ਖਰੀਦਣ ਲਈ ਨਹੀਂ ਤਿਆਰ ਹੋਇਆ, ਮੈਂ ਵੀ ਇੱਕ ਵਨ ਆਫ ਦਾ ਪਰਸਨ ਸੀਗੀ ਬੋਲੀ ਦੇ ਵਿੱਚ ਉੱਥੇ, ਅਤੇ ਮੈਂ ਸੋਚਿਆ ਕਿ ਠੀਕ ਹੈ ਵੀ ਮੈਨੂੰ ਮੇਰੇ ਵਿਵੇਕ ਨੇ ਕਿਹਾ ਮੈਨੂੰ ਲੈਣਾ ਚਾਹੀਦੀ ਹੈ, ਤਾਂ ਮੈਂ ਉਹ ਗੱਡੀ ਜ਼ਰੂਰ ਲਿੱਤੀ ਹੈਗੀ ਹੈ, ਆਪਣੇ ਹਸਬੈਂਡ ਦੇ ਨਾਮ 'ਤੇ ਲਿੱਤੀ ਹੈ, ਔਰ ਉਹਦੇ ਵਿੱਚ ਮੇਰੇ ਕੋਈ ਮੈਲਾਫਾਈਡ ਨਹੀਂ ਸੀਗੀ। ਮੈਂ ਵੀ ਇੱਕ ਸਰਕਾਰੀ ਮੁਲਾਜ਼ਮ ਹਾਂ, ਮੈਂ ਬੋਲੀ 'ਚ ਪਾਰਟੀਸਪੇਟ ਕਰ ਸਕਦੀ ਹਾਂ, ਮੇਰੇ ਹਸਬੈਂਡ ਸਰਕਾਰੀ ਮੁਲਾਜ਼ਮ ਨੇ, ਉਹ ਵੀ ਬੋਲੀ 'ਚ ਪਾਰਟੀਸਪੇਟ ਕਰ ਸਕਦੇ ਸੀਗੇ, ਅਤੇ ਅਸੀਂ ਉਹਦੇ ਵਿੱਚ ਮੈਂ ਆਪਣੀ ਸੈਲਰੀ ਅਕਾਊਂਟ 'ਚ ਮੈਂ ਇੱਥੇ ਦੱਸਣਾ ਚਾਹੂੰਗੀ, ਮੈਂ ਬਕਾਇਦਾ ਆਪਣੀ ਸੈਲਰੀ ਅਕਾਊਂਟ ਦੇ ਵਿੱਚ 36,100 ਦੇ ਵਿੱਚ ਉਹ ਗੱਡੀ ਜੋ ਹੈ ਖਰੀਦੀ ਹੈ। ਪਰ ਉਹ ਕਹਿੰਦੇ ਜਿੱਦਾਂ ਟਰਾਂਸਪੋਰਟ ਵਿਭਾਗ ਤੋਂ ਤੁਸੀਂ ਉਹਦੀ ਮਨਜ਼ੂਰੀ ਲੈਣੀ ਸੀ, ਮਨਜ਼ੂਰੀ ਨਹੀਂ ਲਈ। ਉਹ ਗੱਡੀ ਦਾ ਜਿਹੜਾ ਮਿਨੀਮਮ ਪ੍ਰਾਈਸ ਹੈ 2009 ਦੇ ਵਿੱਚ 50,000 ਤੋਂ 70,000 ਦੇ ਵਿੱਚ ਪਾਇਆ ਗਿਆ ਸੀ, ਪਰ ਤੁਸੀਂ ਉਹ ਗੱਡੀ 36,000 'ਚ ਖਰੀਦ ਲਈ। ਇਸ ਤਰ੍ਹਾਂ ਹੈਗਾ ਜੀ, ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਪਹਿਲੇ 9 ਜਿਹੜਾ ਮੈਨੂੰ ਸਾਲ ਕਲੀਅਰ ਨਹੀਂ ਹੈਗਾ, ਜੇ ਉਹਦਾ 290 ਜਿੰਨਾ ਤੁਸੀਂ 70,000 ਦੱਸ ਰਹੇ ਹੈਗੇ ਹੋ, ਤਾਂ ਤੁਸੀਂ ਖੁਦ ਹੀ ਡੈਪਰੀਸੀਏਸ਼ਨ ਕੈਲਕੂਲੇਟ ਕਰ ਲਓ ਕਿ ਜੇ ਆਪਾਂ ਜਾ ਕੇ 2016 ਜਾਂ 17 'ਚ ਉਹਦੀ ਬੋਲੀ ਕਰਾਂਗੇ, 1993 ਮਾਡਲ ਦੀ ਜਿਪਸੀ ਜਿਹੜੀ 2,21,000 'ਚ ਉਦੋਂ 1993 'ਚ ਖਰੀਦੀ ਗਈ ਸੀ, ਤਾਂ ਉਹਦੀ ਕਿੰਨੀ ਕੁ ਡੈਪਰੀਸੀਏਸ਼ਨ ਹੋ ਕੇ ਵੈਲਿਊ ਰਹਿ ਗਈ ਹੋਏਗੀ, ਕਿਉਂਕਿ ਉਹਦੀ ਐਕਚੁਅਲ ਵੈਲਿਊ ਜਦੋਂ ਅਸੀਂ ਟਰਾਂਸਪੋਰਟ ਡਿਪਾਰਟਮੈਂਟ ਦੀ ਜੋ ਹੈ ਅਸੈਸਮੈਂਟ ਦੇ ਅਕੋਰਡਿੰਗ ਲਗਾਈ ਹੈ, ਉਹਦੀ ਕੀਮਤ ਉਸ ਟਾਈਮ ਤੇ 18,000 ਬਣਦੀ ਸੀ। ਫਿਰ ਵੀ ਸੰਮਤੀ ਨੇ 35,000 ਰੁਪਏ ਉਹਦਾ ਰੇਟ ਰੱਖਿਆ, 35 ਦੇ ਉੱਤੇ ਨਹੀਂ ਹੋਈ, ਔਰ ਇਹ ਕੋਈ ਪਹਿਲੀ ਬੋਲੀ ਨਹੀਂ ਸੀਗੀ। ਠੀਕ ਹੈ ਜੀ। 35,000 ਦਾ ਜਦੋਂ ਰੇਟ ਤੇ ਨਹੀਂ ਬੋਲੀ ਚੜੀ ਹੈਗੀ, ਤਾਂ ਵੀ ਮੈਂ ਉਹਨੂੰ 36,100 ਤੇ ਖਰੀਦਿਆ ਹੈਗਾ, ਤਾਂ ਉਹਦੇ ਵਿੱਚ ਮੈਂ ਕੋਈ ਲੰਗੜਾ ਨਹੀਂ ਕੀਤੀ। ਬਾਕੀ ਇਸ ਦਾ ਇੱਥੇ ਮੈਂ ਖਾਸ ਤੌਰ 'ਤੇ ਦੱਸਣਾ ਚਾਹੁੰਦੀ ਕਿ ਇਸ ਸੰਬੰਧੀ ਪਹਿਲਾਂ ਵੀ ਡਿਪਾਰਟਮੈਂਟ ਦੇ ਵਿੱਚ ਕੰਪਲੇਂਟ ਹੋ ਚੁੱਕੀ ਹੈ, ਜਿਹੜੀ ਡਿਪਾਰਟਮੈਂਟ ਦੇ ਮੇਰੇ ਹਾਇਰ ਆਫਿਸਰਸ ਲੈਵਲ 'ਤੇ, ਡਾਇਰੈਕਟਰ ਸਾਹਿਬ ਦੇ ਲੈਵਲ 'ਤੇ ਇਹ ਕੰਪਲੇਂਟ ਨੂੰ ਜਾਂਚ ਕੀਤੀ ਜਾ ਚੁੱਕੀ ਹੈ, ਮੰਤਰੀ ਸਾਹਿਬ ਦੇ ਲੈਵਲ 'ਤੇ ਜਾ ਕੇ ਇਹ ਮੇਰੇ ਹੱਕ ਦੇ ਵਿੱਚ ਫਾਈਲ ਵੀ ਹੋਈ ਹੈ। ਇੱਕ ਘੁੰਗਰਾਣਾ ਪਿੰਡ ਸੀ ਜਦੋਂ ਤੁਸੀਂ ਸ਼ਹਿਰ ਪਖਵਾਲ ਬਲਾਕ ਦੇ ਵਿੱਚ ਸੀਗੀ, ਉੱਥੇ ਕਹਿੰਦੇ ਤੁਸੀਂ ਐਫਡੀ ਤੜਾ ਕੇ ਉਹ ਜਿਹੜੇ ਪੈਸੇ ਆ ਉਹਨਾਂ ਨੂੰ ਦੁਰਵਰਤੋਂ ਕਰਤੀ ਉਹਨਾਂ ਸਾਰੇ ਫੰਡਾਂ ਦੀ। ਜੀ, ਇਹ ਵੀ ਇੱਕ ਗਲਤ ਜਿਹੜਾ ਹੈਗਾ, ਮੈਂ ਕਹੂੰਗੀ ਬੇਬੁਨਿਆਦ ਦੋਸ਼ ਮੇਰੇ 'ਤੇ ਲਗਾਇਆ ਜਾ ਰਿਹਾ ਜਾਣਬੁੱਝ ਕੇ ਮੇਰੀ ਇਮੇਜ ਨੂੰ ਖਰਾਬ ਕਰਨ ਲਈ। ਘੁੰਗਰਾਣੇ ਪੰਚਾਇਤ ਦੇ ਵਿੱਚ ਇਹ ਬਲਾਕ ਪਖਵਾਲ ਦੀ ਪੰਚਾਇਤ ਹੈ, ਜਿੱਥੇ ਡਰਾਈ ਪੋਰਟ ਬਣਨ ਲਈ ਕੁਝ ਜ਼ਮੀਨ ਜੋ ਹੈ ਐਕਵਾਇਰ ਹੋਈ ਸੀ 2017 'ਚ ਸ਼ਾਇਦ, ਅਤੇ ਉਹਦਾ 8 ਕਰੋੜ ਸਮਥਿੰਗ ਜੋ ਸੀ ਉਹ ਪੰਚਾਇਤ ਨੂੰ ਪੈਸੇ ਆਏ ਸੀ। ਜਦੋਂ ਵੀ ਸਾਡੀ ਪੰਚਾਇਤ ਨੂੰ ਕੋਈ ਵੀ ਆਮਦਨ ਹੁੰਦੀ ਹੈ, ਸਾਡਾ ਇਹ ਇੱਕ ਰੂਲ ਹੈ ਡਿਪਾਰਟਮੈਂਟ ਦਾ, ਇੰਸਟਰਕਸ਼ਨਸ ਨੇ ਕਿ ਉਹਦਾ ਅਸੀਂ ਕੁਝ ਪਰਸੈਂਟੇਜ ਜਿਹੜੀ ਹੈਗੀ ਆ ਉਹ ਬਲਾਕ ਸੰਮਤੀ ਦੇ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਹੈ, ਅਤੇ ਉਹਦੇ ਅਸੀਂ ਬਣਦੇ ਹੋਏ 22% ਦੇ ਹਿਸਾਬ ਦੇ ਨਾਲ ਬਲਾਕ ਸੰਮਤੀ ਪਖਵਾਲ ਦੇ ਵਿੱਚ ਉਹਨਾਂ ਨੇ ਪੈਸੇ ਜਮ੍ਹਾਂ ਕਰਵਾਉਣੇ ਸੀ। ਜਦੋਂ ਮੈਂ ਉੱਥੇ ਬਤੌਰ ਵੀਡੀਓ ਜੁਆਇਨ ਕੀਤਾ ਤਾਂ ਮੈਂ ਦੇਖਿਆ ਕਿ ਲੰਬੇ ਸਮੇਂ ਤੋਂ 3-4 ਸਾਲਾਂ ਤੋਂ ਇਹ ਪੈਸਾ ਜੋ ਹੈ ਸੰਮਤੀ ਦੇ ਖਾਤੇ 'ਚ ਜਮ੍ਹਾਂ ਨਹੀਂ ਕਰਾਇਆ ਗਿਆ ਸੀ, ਜਿਹਦੇ ਕਰਕੇ 4 ਸਾਲਾਂ ਤੋਂ ਕਰੀਬ 2.25 ਕਰੋੜ ਦੇ ਤੁਸੀਂ ਦੇਖ ਲਓ ਪ੍ਰਿੰਸੀਪਲ ਦੇ ਉੱਤੇ 4 ਸਾਲਾਂ ਤੋਂ ਇੰਟਰਸਟ ਦਾ ਲਾਸ ਜੋ ਹੈ ਪੰਚਾਇਤ ਸੰਮਤੀ ਪਖਵਾਲ ਨੂੰ ਹੋ ਰਿਹਾ ਸੀ, ਜੋ ਕਿ ਖੁਦ ਇੱਕ ਅਰਧ ਸਰਕਾਰੀ ਅਦਾਰਾ ਹੈਗਾ। ਅਤੇ ਸੈਕੰਡਲੀ ਉਹਦੇ ਉੱਤੇ ਇੱਕ ਆਡਿਟ ਦਾ ਆਬਜੈਕਸ਼ਨ ਵੀ ਬਣਿਆ ਹੋਇਆ ਸੀ ਕਿ ਇਹ ਪੈਸਾ ਜਮ੍ਹਾਂ ਕਰਾਉਣਾ ਬਣਦਾ, ਤਾਂ ਮੇਰੀ ਬਤੌਰ ਵੀਡੀਓ ਉੱਥੇ ਡਿਊਟੀ ਸੀਗੀ ਇਹ ਕਰਵਾਉਣਾ, ਅਤੇ ਉਹਦੇ ਚੱਲਦੇ ਅਸੀਂ ਪੰਚਾਇਤ ਨੂੰ ਬੁਲਾਇਆ, ਉਹਨਾਂ ਨੂੰ ਸਮਝਾਇਆ, ਮੋਟੀਵੇਟ ਕੀਤਾ ਕਿ ਤੁਹਾਨੂੰ ਇਹ ਜੋ ਪੈਸੇ ਆ ਉਹ ਜਮ੍ਹਾਂ ਕਰਾਉਣੇ ਹੀ ਪੈਣੇ ਨੇ।
ਤਾਂ ਨੈਚੁਰਲੀ ਜੇ ਹੁਣ ਪੌਣੇ 2 ਕਰੋੜ ਦੀ ਕੋਈ ਅਮਾਊਂਟ ਹੈ ਉਹ ਪੰਚਾਇਤ ਕੋਲ ਸੇਵਿੰਗਸ ਤਾਂ ਪਈ ਨਹੀਂ ਹੋਏਗੀ। ਉਹਨਾਂ ਨੇ ਆਪਣੇ ਸੂਝ-ਬੂਝ ਨਾਲ ਉਹ ਐਫਡੀ ਕਰਵਾਈ ਸੀਗੀ, ਠੀਕ ਹੈ ਜੀ, ਤੇ ਉਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਮਤਾ ਪਾ ਕੇ ਸਹਿਮਤੀ ਦੇ ਨਾਲ, ਸਰਬਸੰਮਤੀ ਦੇ ਨਾਲ ਉਸ ਪੈਸੇ ਦੇ ਵਿੱਚੋਂ ਪੌਣੇ 2 ਕਰੋੜ ਜੋ ਹੈ ਪੰਚਾਇਤ ਸਮਿਤੀ ਦੇ ਖਾਤੇ 'ਚ ਡਾਇਰੈਕਟਲੀ ਅਕਾਊਂਟ ਟੂ ਅਕਾਊਂਟ ਟ੍ਰਾਂਜੈਕਸ਼ਨ ਹੋਈ ਹੈ। ਇੱਕ ਸਰਕਾਰੀ ਖਾਤੇ ਦਾ ਜਿਹੜਾ ਪੰਚਾਇਤ ਦਾ ਪੈਸਾ ਸੀ ਚੱਕ ਕੇ ਦੂਸਰੇ ਸਰਕਾਰੀ ਖਾਤੇ ਜਿਹੜਾ ਪੰਚਾਇਤ ਸਮਿਤੀ ਦਾ ਖਾਤਾ ਸੀਗਾ ਉਹਦੇ ਵਿੱਚ ਜਮ੍ਹਾਂ ਹੋਏ ਨੇ, ਉਹਦੇ ਵਿੱਚੋਂ ਕੋਈ ਕੈਸ਼ ਨਹੀਂ ਕਢਾਇਆ ਗਿਆ ਹੈਗਾ। ਜੋ ਪਿੱਛੇ ਬਚਦੇ ਪੈਸੇ ਉੱਥੇ ਸੀ ਉਹਦੀ ਵੀ ਐਫਡੀ ਹੋਈ ਹੈ, ਜੋ ਅੱਗੇ ਪੈਸੇ ਆਏ ਨੇ ਉਹਨਾਂ ਦੀ ਵੀ ਐਫਡੀ ਕਰਾ ਦਿੱਤੀ ਗਈ ਹੈ। ਇਹਦੇ ਵਿੱਚ ਬਿਲਕੁਲ ਵੀ ਕੁਝ ਵੀ ਇੱਕ ਮੈਂ ਨਵੇਂ ਪੈਸੇ ਦਾ ਵੀ ਕੁਝ ਵੀ ਹੈਂਕੀ ਪੈਂਕੀ ਅਸੀਂ ਕੁਝ ਨਹੀਂ ਕੀਤਾ। ਪਰ ਜਿਹੜੇ ਦੋਸ਼ ਲਾਉਂਦੇ ਆ ਉਹ ਕਹਿੰਦੇ ਵਿਆਜ ਵਰਤ ਸਕਦੇ ਸੀ, ਪੈਸੇ ਵਰਤਣੇ ਨਿਯਮਾਂ ਦੇ ਉਲਟ ਹੈ। ਵਿਆਜ ਕਿਵੇਂ ਜੀ? ਪੌਣੇ 2 ਕਰੋੜ ਜਦੋਂ ਆਡਿਟ ਦਾ ਇੱਕ ਪਾਰਟੀ ਕਹਿ ਰਹੀ ਹੈ ਵੀ ਪੌਣੇ 2 ਕਰੋੜ ਸੰਮਤੀ ਦਾ ਸ਼ੇਅਰ ਬਣਦਾ, ਉਹਨਾਂ ਨੂੰ ਦਿਓ, ਤਾਂ ਵਿਆਜ ਉਹਨਾਂ ਕੋਲ ਪਿਆ ਹੀ ਨਹੀਂ ਸੀ ਹੋਇਆ ਪੌਣੇ 2 ਕਰੋੜ ਰੁਪਇਆ। ਉਹ ਤਾਂ ਫਿਰ ਨੈਚੁਰਲੀ ਐਫਡੀ ਚੋਂ ਹੀ ਤੋੜ ਕੇ ਕਰਨਗੇ। ਮਤਲਬ ਉਹਨੇ ਆਪਣਾ ਕਰਜ਼ਾ ਚੁਕਾਉਣ ਲਈ ਉਹ ਐਫਡੀ ਤੋੜੀ ਹੈ। ਔਰ ਮੈਂ ਇੱਥੇ ਇਹ ਵੀ ਹਾਈਲਾਈਟ ਕਰਨਾ ਚਾਹੁੰਦੀ ਹਾਂ, ਜਦੋਂ ਗ੍ਰਾਮ ਪੰਚਾਇਤ ਘੁੰਗਰਾਣਾ ਨੇ ਐਫਡੀ ਕੀਤੀ ਹੈ, ਉਹਨਾਂ ਨੇ ਆਪਣੀ ਮਰਜ਼ੀ ਨਾਲ ਐਫਡੀ ਕੀਤੀ ਹੈ, ਐਜ਼ ਇਫ ਕਿ ਉਹਨਾਂ ਦੇ ਸੇਵਿੰਗ 'ਚ 8 ਕਰੋੜ ਰੁਪਇਆ ਆ ਗਿਆ। ਉਹਨਾਂ ਨੇ ਸੋਚਿਆ ਕਿ ਸਿਆਣੀ ਸੋਚੀ ਕਿ ਅਸੀਂ ਉਹਦੀ ਐਫਡੀ ਕਰਾ ਦਈਏ ਕਿ ਜਦੋਂ ਲੋੜ ਪਏਗੀ ਇਹ 'ਚੋਂ ਕਢਾ ਲਾਂਗੇ। ਜਦੋਂ ਉਹਨਾਂ ਨੂੰ ਲੋੜ ਪਈ ਉਹਨਾਂ ਨੇ ਉਹਨੂੰ ਤੁੜਵਾ ਕੇ ਅੱਗੇ ਪੈਸੇ ਟ੍ਰਾਂਸਫਰ ਕਰਤੇ, ਔਰ ਇੱਕ ਸਰਕਾਰ ਦੇ ਇੱਕ ਅਕਾਊਂਟ ਦੇ ਵਿੱਚੋਂ ਦੂਜੇ ਅਕਾਊਂਟ 'ਚ ਪੈਸੇ ਗਏ ਨੇ, ਕਿਸੇ ਪ੍ਰਾਈਵੇਟ ਧਿਰ ਨੂੰ ਪੈਸੇ ਨਹੀਂ ਗਏ, ਕਿਸੇ ਵੈਂਡਰ ਨੂੰ ਪੈਸੇ ਨਹੀਂ ਗਏ ਇਹਦੇ ਵਿੱਚੋਂ। ਕੀ ਉਹਦੇ ਦੇ ਨਾਲ ਬਿਲਡਿੰਗ ਤਿਆਰ ਹੋ ਸਕਦੀ ਸੀਗੀ? ਹਾਂਜੀ ਬਿਲਕੁਲ ਹੋ ਸਕਦੀ ਸੀ, ਕਿਉਂਕਿ ਇਹ ਸੰਮਤੀ ਦਾ ਪੈਸਾ ਸੀਗਾ, ਸੰਮਤੀ ਦੇ ਇਹ ਫੰਡਸ ਨੇ। ਸੰਮਤੀ ਨੇ ਪਖਵਾਲ ਨੇ ਉੱਥੇ 2-3 ਵਾਰੀ ਇਹ ਮਤਾ ਪੈ ਚੁੱਕਿਆ ਸੀ ਕਿਉਂਕਿ ਬਿਲਡਿੰਗ ਦੀ ਹਾਲਤ ਬਹੁਤ ਖਸਤਾ ਸੀ, ਕਿਉਂਕਿ ਇਹ ਇੱਕ ਸੰਮਤੀ ਦੀ ਇਨਕਮ ਦਾ ਪਾਰਟ ਸੀਗਾ। ਮੈਂ ਇੱਥੇ ਦੁਬਾਰਾ ਦੱਸਣਾ ਚਾਹੁੰਦੀ ਹਾਂ ਕਿ ਬਤੌਰ BDPO ਮੈਂ ਵੀ ਆਪਣੀ ਇੱਕ ਰੈਸ਼ਨੈਲਿਟੀ ਨੂੰ ਯੂਜ਼ ਕਰਦੇ ਹੋਏ ਉਹਦੀ ਐਫਡੀ ਕਰਾਈ ਹੈ। ਜੇ ਮੈਂ ਨਾ ਵੀ ਕਰਾਂਦੀ ਤਾਂ ਉਹਦੇ ਵਿੱਚ ਮੇਰਾ ਕੋਈ ਮੈਲਾਫਾਈਡ ਨਹੀਂ ਸੀਗਾ, ਪਰ ਫਿਰ ਵੀ ਅਸੀਂ ਜਿੰਨਾ ਕੁ ਪੈਸਾ ਚਾਹੀਦਾ ਸੀ ਬਿਲਡਿੰਗ ਨੂੰ ਬਣਾਉਣ ਲਈ ਉਹਨਾਂ ਪੈਸਾ ਅਸੀਂ ਕਢਵਾ ਕੇ ਐਕਸਿਨ ਪੰਚਾਇਤੀ ਰਾਜ ਨੂੰ ਦੇ ਦਿੱਤਾ, ਉਹਦਾ ਬਕਾਇਦਾ ਐਸਟੀਮੇਟ ਬਣਵਾ ਕੇ ਵੀ ਕਿੰਨਾ ਪੈਸਾ ਲੱਗਣਾ। ਉਹਨਾਂ ਨੇ ਉਸ ਬਿਲਡਿੰਗ ਦੀ ਕੰਸਟਰਕਸ਼ਨ ਕਰਾਈ ਹੈ। ਜਿਹੜਾ ਬਾਕੀ ਦਾ ਜੋ ਪੈਸਾ ਸੀਗਾ ਉਹਦੀ ਅਸੀਂ ਨਾਲ ਦੀ ਨਾਲ ਹੀ ਐਫਡੀ ਕਰਵਾਤੀ ਤਾਂ ਕਿ ਸਾਨੂੰ ਜਿਹੜਾ ਬੈਸਟ ਪੋਸੀਬਲ ਵਿਆਜ ਹੈ ਉਹ ਮਿਲ ਸਕੇ। ਰੈਕੋਰਡ ਹੁੰਦਿਆਂ ਤੁਹਾਡੇ ਤੇ ਕਹਿੰਦੇ ਦੋਸ਼ ਲੱਗੇ ਕਿ ਤੁਸੀਂ ਉੱਥੇ ਇੱਕ ਮੁਲਾਜ਼ਮ ਸੀ ਕੱਚਾ ਦਰਜਾ 4 ਦਾ, ਤੁਸੀਂ ਉਹਨੂੰ ਰੈਗੂਲਰ ਕਰਤਾ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹ ਅਗੇਨ ਇੱਕ ਬੇਬੁਨਿਆਦ ਦੋਸ਼ ਹੈਗਾ, ਕਿਉਂਕਿ ਮੇਰੇ ਕੋਲ ਸਾਰੇ ਜੋ ਡਾਕੂਮੈਂਟਸ ਨੇ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਕਿ ਔਨ ਰਿਕਾਰਡ ਸਾਰੇ ਡਾਕੂਮੈਂਟਸ ਮੇਰੇ ਕੋਲ ਹੈਗੇ ਨੇ। ਇਹ ਸੁਰਿੰਦਰ ਸਿੰਘ ਉੱਥੇ ਮਾਲੀ ਕਮ ਚੌਂਕੀਦਾਰ ਦੀ ਪੋਸਟ ਦੇ ਉੱਤੇ ਬੰਦਾ ਸੀਗਾ। ਉਹ ਪਿਛਲੇ ਲੰਬੇ ਸਮੇਂ ਤੋਂ ਬਲਾਕ ਸੰਮਤੀ ਰਾਏਕੋਟ ਦਾ ਇੱਕ EMPLOYE ਸੀ, ਔਰ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਣਾ ਇੱਕ ਐਡ ਹੌਕ ਐਂਡ ਕੰਟਰੈਕਚੁਅਲ EMPLOYEES ਦਾ ਇੱਕ 2016-17 ਦੇ ਵਿੱਚ ਇੱਕ ਪੰਜਾਬ ਗਵਰਨਮੈਂਟ ਦੀ ਪਾਲਿਸੀ ਆਈ ਸੀ ਕਿ ਪਿਛਲੇ 3 ਸਾਲਾਂ ਤੋਂ ਜਿਹੜੇ ਬੰਦੇ ਲਗਾਤਾਰ ਕੰਮ ਕਰਦੇ ਨੇ ਤੇ ਜੇ ਉਹ ਐਲੀਜੀਬਿਲਟੀ ਫੁਲਫਿਲ ਕਰਦੇ ਨੇ ਤਾਂ ਉਹਨਾਂ ਨੂੰ ਤੁਸੀਂ ਰੈਗੂਲਰ ਕਰ ਸਕਦੇ ਹੋ। ਉਹਦੇ ਵਿੱਚ ਪੰਚਾਇਤ ਸਮਿਤੀ ਆਪਣੀ ਬਲਾਕ ਸੰਮਤੀ ਰਾਏਕੋਟ ਨੇ ਮਤਾ ਪਾਇਆ, ਕਿਉਂਕਿ ਉਹਨਾਂ ਦਾ EMPLOYE ਸੀਗਾ, ਉਹਨਾਂ ਕੋਲ ਅਧਿਕਾਰ ਹੈ ਕਿਹਨੂੰ ਉਹਨਾਂ ਨੇ ਰੈਗੂਲਰ ਕਰਨਾ ਕਿਹਨਾਂ ਨੇ ਨਹੀਂ ਕਰਨਾ। ਚੇਅਰਮੈਨ ਦੀ ਹਾਜ਼ਰੀ ਦੇ ਵਿੱਚ ਮੀਟਿੰਗ ਹੋਈ ਹੈ, ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਮਤਾ ਪਾਇਆ ਗਿਆ। ਉਹ ਮਤੇ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਇਸ ਪਰਸਨ ਨੂੰ, ਕਿਉਂਕਿ ਉਹ ਐਲੀਜੀਬਿਲਟੀ ਕੰਡੀਸ਼ਨ ਪੂਰੀ ਕਰਦਾ ਹੈਗਾ, ਅਸੀਂ ਉਹਨੂੰ ਪੱਕਾ ਕਰ ਦਾਂਗੇ। ਉਹਦੀ ਐਲੀਜੀਬਿਲਟੀ ਚੈੱਕ ਕਰਨ ਦੀ ਡਿਊਟੀ ਜਿਹੜੀ ਸੀਗੀ ਬਤੌਰ BDPO ਮੇਰੀ ਸੀਗੀ, ਉਹ ਮੈਂ ਚੈੱਕ ਕੀਤੀ ਹੈ ਔਰ ਮੈਂ ਔਨ ਰਿਕਾਰਡ ਦੱਸ ਰਹੀ ਹਾਂ ਕਿ ਉਹ ਸਾਰੀ ਐਲੀਜੀਬਿਲਟੀ ਜੋ ਹੈ ਉਹ ਲੜਕਾ ਫੋਲੋ ਕਰਦਾ ਸੀਗਾ, ਇਸ ਕਰਕੇ ਉਹ ਰੈਗੂਲਰ ਹੋਇਆ। ਔਰ ਬਹੁਤ ਸਾਰੇ ਹੋਰ ਵੀ EMPLOYEES ਉਹਦੇ ਵਿੱਚ ਰੈਗੂਲਰ ਹੋਏ ਨੇ। ਇਹਦੇ ਉੱਪਰ ਕਰੀਬ ਮੇਰੇ ਖਿਆਲ ਨਾਲ 30 ਮਾਰਚ ਇਫ ਆਮ ਨਾਟ ਰੋਂਗ 2017 ਨੂੰ ਜਾ ਕੇ ਕੁਝ ਜਜਮੈਂਟ AG ਵੱਲੋਂ ਕੋਈ ਈਮੇਲ ਆਈ ਸੀਗੀ ਕਿ ਜਿਹੜੇ ਵੀ ਬੰਦੇ ਨੇ ਹੁਣ ਫਰਦਰ ਇਸ ਐਕਟ ਦੇ ਤਹਿਤ ਪੱਕੇ ਨਾ ਕੀਤੇ ਜਾਣ, ਰੈਗੂਲਰ ਨਾ ਕੀਤੇ ਜਾਣ। ਪਰ ਇੱਥੇ ਜਿਹੜਾ ਇਹ ਬੰਦਾ ਰੈਗੂਲਰ ਹੈ 2 ਮਾਰਚ 2017 ਨੂੰ ਆਲਰੇਡੀ ਹੋ ਚੁੱਕਿਆ ਸੀ, ਜਦੋਂ ਕਿ ਉਸ ਟਾਈਮ ਤੇ ਕੋਈ ਰੋਕ ਨਹੀਂ ਸੀਗੀ, ਠੀਕ ਹੈ ਜੀ। ਸੋ ਟੋਟਲੀ ਲੀਗਲ ਹੈਗਾ। ਔਰ ਇਹ ਮੈਂ ਆਪਣੇ ਫੈਕਟਸ ਜਿਹੜੇ ਨੇ ਜਿਹੜੀ ਵਿਜੀਲੈਂਸ ਇਨਕੁਆਇਰੀ ਦੀ ਇਹ ਗੱਲ ਕਰ ਰਹੇ ਨੇ ਜੋ ਪਿਛਲੇ 10-11 ਮਹੀਨੇ ਪਹਿਲਾਂ ਸ਼ੁਰੂ ਹੋਈ ਸੀਗੀ, ਉਹਦੇ ਦੌਰਾਨ ADC ਡਿਵੈਲਪਮੈਂਟ ਮਿਸਟਰ ਸੰਦੀਪ ਕੁਮਾਰ ਹੈਗੇ ਸੀ, ਇੱਥੇ IAS ਸੀਗੇ ਸਾਡੇ, ਤੇ ਉਹਨਾਂ ਤੋਂ ਰਿਪੋਰਟ ਮੰਗੀ ਗਈ ਸੀਗੀ ਕਿ ਇਹ ਪੁਆਇੰਟਸ ਦੇ ਉੱਪਰ ਮੈਂ ਸਹੀ ਕੀਤਾ। ਤਾਂ ਉਹਨਾਂ ਦੀ ਜੋ ਰਿਪੋਰਟ ਹੈ ਉਹਦੀ ਕਾਪੀ ਵੀ ਮੇਰੇ ਕੋਲ ਹੈਗੀ ਹੈ, ਮੈਂ ਮੀਡੀਆ ਦੇ ਵਿੱਚ ਤੁਹਾਨੂੰ ਅੱਜ ਪ੍ਰੋਵਾਈਡ ਵੀ ਕਰ ਦੂੰ ਕਿਉਂਕਿ ਮੈਂ RT 'ਚੋਂ ਲੈ ਚੁੱਕੀ ਹਾਂ। ਉਹਦੇ ਵਿੱਚ ਉਹਨਾਂ ਨੇ ਮੇਰੀ ਫੇਵਰ 'ਚ ਲਿਖਿਆ ਕਿ ਘੁੰਗਰਾਣੇ ਦੀ FD ਦੇ ਵਿੱਚੋਂ ਜੇਕਰ ਮੈਂ ਕੋਈ ਪੈਸਾ ਕਢਾ ਕੇ ਉਧਰ ਸੰਮਤੀ 'ਚ ਟ੍ਰਾਂਸਫਰ ਕਰਵਾਇਆ ਤਾਂ ਬਤੌਰ BDPO ਪਖਵਾਲ ਮੇਰੀ ਉਹ ਡਿਊਟੀ ਸੀਗੀ, ਤੇ ਬਤੌਰ ਜੋ BDPO ਰਾਏਕੋਟ ਜੋ ਉੱਥੇ ਜਦੋਂ ਇੱਕ ਬੰਦਾ ਰੈਗੂਲਰ ਹੋਇਆ ਉਹ ਐਜ਼ ਪਰ ਨੋਰਮਸ ਰੈਗੂਲਰ ਹੋਇਆ। ਔਰ ਇੱਕ ਇੱਥੇ ਰੀਸੈਂਟ ਡਿਵੈਲਪਮੈਂਟ ਇਸ ਕੇਸ ਦੇ ਵਿੱਚ ਇਹ ਵੀ ਹੈਗੀ ਹੈ ਕਿ 138 ਬੰਦੇ ਜਿਹੜੇ ਇਸ ਐਕਟ ਦੌਰਾਨ ਹੋਏ ਸੀਗੇ ਰੈਗੂਲਰਾਈਜ਼, ਕੁਝ ਉਹਨਾਂ ਦੇ ਵਿੱਚ ਆਬਜੈਕਸ਼ਨ ਸੀਗੀਆਂ ਪਰ ਮਾਨਯੋਗ ਹਾਈ ਕੋਰਟ ਵੱਲੋਂ ਉਸ ਦੇ ਉੱਪਰ ਸਟੇ ਵੀ ਆ ਚੁੱਕਿਆ ਹੋਇਆ। ਨੈਚੁਰਲੀ ਉਹਨਾਂ ਨੇ ਕੋਈ ਮੈਰਿਟ ਦੇਖਿਆ ਉਸ ਕੇਸ ਦੇ ਵਿੱਚ ਵੀ ਬੰਦੇ ਸਹੀ ਭਰਤੀ ਹੋਏ ਨੇ ਤਾਂ ਹੀ ਉਹਨਾਂ ਨੇ ਕੋਈ ਸਟੇ ਦਿੱਤੀ ਹੈਗੀ ਹੈ। ਜਿਹੜੇ ਸਾਬਕਾ ਆਪਣੇ ਡਿਪਟੀ CM ਨੇ ਸੁਖਜਿੰਦਰ ਸਿੰਘ ਰੰਧਾਵਾ ਜੀ, ਉਹਨਾਂ ਨੇ ਵੀ ਤੁਹਾਡੇ ਤੇ ਕਈ ਸਵਾਲ ਚੁੱਕੇ ਆ। ਉਹ ਕਹਿੰਦੇ ਤੁਹਾਡੀ ਪ੍ਰਮੋਸ਼ਨ ਵੀ ਗਲਤ ਤਰੀਕੇ ਨਾਲ ਕੀਤੀ ਗਈ ਹੈ, ਤੁਹਾਡਾ ਤੇ ਵਿਜੀਲੈਂਸ ਦੇ ਕੇਸ ਚੱਲ ਰਹੇ ਨੇ, ਇਨਕੁਆਇਰੀਆਂ ਚੱਲ ਰਹੀਆਂ ਨੇ, ਤੁਹਾਡੀ ਪ੍ਰਮੋਸ਼ਨ ਨਹੀਂ ਹੋ ਸਕਦੀ। ਜੀ ਇੱਥੇ ਮੈਂ ਇੱਕ ਕਾਊਂਟਰ ਸਵਾਲ ਪਹਿਲਾਂ ਤਾਂ ਇਹ ਕਰਨਾ ਚਾਹੂੰਗੀ ਕਿ ਮੇਰੀ ਪ੍ਰਮੋਸ਼ਨ 1 ਦਸੰਬਰ 2022 ਨੂੰ ਹੋ ਚੁੱਕੀ ਸੀ। ਅੱਜ ਮੇਰੇ ਖਿਆਲ ਨਾਲ 19 ਸਤੰਬਰ 2023 'ਚ ਆਪਾਂ ਬੈਠੇ ਹਾਂ, ਕਰੀਬ 10 ਮਹੀਨੇ ਹੋ ਚੁੱਕੇ ਨੇ। ਇਹ ਮੁੱਦਾ ਅੱਜ ਹੀ ਕਿਉਂ ਉੱਠ ਰਿਹਾ? ਜਦੋਂ ਮੇਰੀ ਪ੍ਰਮੋਸ਼ਨ ਹੋਈ ਸੀ ਉਸ ਦਿਨ ਕਿਉਂ ਨਹੀਂ ਉੱਠਿਆ? ਇਹ 2 ਦਸੰਬਰ ਜਾਂ 3 ਦਸੰਬਰ 2022 ਨੂੰ ਕਿਉਂ ਨਹੀਂ ਉੱਠਿਆ? ਕਿਉਂਕਿ ਇਹਦੇ ਵਿੱਚ ਕੁਝ ਵੀ ਮੈਲਾਫਾਈਡ ਨਹੀਂ ਹੈਗਾ। ਇੱਥੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਪੰਜਾਬ ਸਿਵਲ ਸਰਵਿਸਿਜ਼ ਰੂਲਸ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਕਿਸੇ ਦੇ ਉੱਪਰ ਇਨਕੁਆਇਰੀ ਚੱਲ ਰਹੀ ਹੋਵੇ ਉਸ ਦੌਰਾਨ ਇਨਕੁਆਇਰੀ ਦੇ ਵਿੱਚ ਨਾ ਤਾਂ ਉਹ ਬੰਦਾ ਦੋਸ਼ੀ ਹੈ, ਨਾ ਅਸੀਂ ਉਹਨੂੰ ਕਹਿ ਸਕਦੇ ਕਿ ਦੋਸ਼ੀ ਨਹੀਂ ਹੈ।
ਤਾਂ ਤੁਸੀਂ ਕਿਸੇ ਦੇ ਕੋਈ ਪ੍ਰਮੋਸ਼ਨ ਜਾਂ ਇਨਕਰੀਮੈਂਟ ਜਾਂ ਕੋਈ ਵੀ ਹੋਰ ਬੈਨੀਫਿਟ ਆ ਮੇਰਾ ਨਹੀਂ ਕਿਸੇ ਵੀ ਗਵਰਨਮੈਂਟ EMPLOYE ਦਾ ਕਿੱਦਾਂ ਰੋਕ ਸਕਦੇ ਹੋ? ਉਹ ਰੂਲਸ ਕਹਿੰਦੇ ਨੇ। ਤੇ ਜੇ ਕੋਈ ਇਨਕੁਆਇਰੀ ਚੱਲ ਵੀ ਰਹੀ ਹੈ ਉਹ ਜਾਣਬੁੱਝ ਕੇ ਉਸ ਸਮੇਂ ਚਲਾਈ ਗਈ ਸੀਗੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਤਾਂ ਕਿ ਮੇਰੀ ਪ੍ਰਮੋਸ਼ਨ ਨੂੰ ਢਾਹ ਲਗਾਈ ਜਾ ਸਕੇ। ਬਟ ਜਦੋਂ ਉਹਨਾਂ ਨੇ ਉਸ ਕੇਸ ਦੇ ਮੈਰਿਟ ਦੇਖੇ ਉਹਦੇ ਵਿੱਚ ਮੇਰੀ ਪ੍ਰਮੋਸ਼ਨ ਜੋ ਹੈ ਬਿਲਕੁਲ ਸਹੀ ਚੈਨਲ ਨਾਲ ਹੋਈ ਹੈ। ਫਿਰ ਵੀ ਕਿਸੇ ਨੂੰ ਕੋਈ ਕਲੈਰਿਟੀ ਚਾਹੀਦੀ ਹੈ, ਮੀਡੀਆ ਨੂੰ ਚਾਹੀਦੀ ਹੈ ਜਾਂ ਕਿਸੇ ਵੀ ਹੋਰ ਸੀਨੀਅਰ ਆਫੀਸਰ ਨੂੰ ਚਾਹੀਦੀ ਹੈ, ਉਹ ਮੇਰੇ ਹੈੱਡਕੁਆਟਰ ਤੋਂ ਲੈ ਸਕਦੇ ਨੇ। ਠੀਕ ਹੈ ਜੀ। ਸੋ ਉਹਦੇ 'ਚ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਇਹ ਦੋਸ਼ ਹੈ ਕਿ ਮੇਰੀ ਪ੍ਰਮੋਸ਼ਨ ਗਲਤ ਹੋਈ ਹੈ, ਅਗੇਨ ਉਹ ਗਲਤ ਹੈ। ਸੈਕੰਡਲੀ ਇੱਕ ਦੋਸ਼ ਮੇਰੇ 'ਤੇ ਇਹ ਲਗਾਇਆ ਗਿਆ ਕਿ ਮੇਰੇ 'ਤੇ ਵਿਜੀਲੈਂਸ ਦਾ ਕੋਈ ਪਰਚਾ ਦਰਜ ਹੈ ਜਾਂ ਸ਼ਾਇਦ ਕੇਸ ਦਰਜ ਹੈਗਾ। ਤਾਂ ਉੱਥੇ ਵੀ ਮੈਂ ਸਾਰੀ ਜੋ ਤੁਹਾਡੇ ਵਿਊਅਰਸ ਨੇ ਮੈਂ ਉਹਨਾਂ ਨੂੰ ਵੀ ਕਲੀਅਰ ਕਰਨਾ ਚਾਹੁੰਦੀ ਹਾਂ, ਮੇਰੇ ਉੱਪਰ ਐਬਸੋਲੂਟਲੀ ਐਜ਼ ਔਨ ਡੇਟ ਕੋਈ ਵੀ ਵਿਜੀਲੈਂਸ ਦਾ ਨਾ ਤਾਂ ਕੇਸ ਦਰਜ ਹੈ ਨਾ ਕੋਈ ਪਰਚਾ ਦਰਜ ਹੈਗਾ। ਇੱਕ ਸਿੰਪਲ ਐਪਲੀਕੇਸ਼ਨ ਕਿਸੇ ਨੇ ਦਿੱਤੀ ਸੀਗੀ, ਉਹਦੀ ਇੱਕ ਇਨਕੁਆਇਰੀ ਚੱਲ ਰਹੀ ਹੈ ਜਿਹਦੇ ਵਿੱਚ ਕਿ ਲਾਸਟ 9-10 ਮਹੀਨਿਆਂ ਤੋਂ ਮੈਨੂੰ ਤਾਂ ਇੱਕ ਵਾਰੀ ਵੀ ਬੁਲਾਇਆ ਨਹੀਂ ਗਿਆ ਆਪਣਾ ਸਪਸ਼ਟੀਕਰਨ ਦੇਣ ਲਈ। ਜੇ ਮੇਰੇ ਉੱਤੇ ਲੱਗੇ ਹੋਏ ਆਰੋਪਾਂ ਦੇ ਵਿੱਚ ਵਾਕਈ ਹੀ ਇੰਨਾ ਕੋਈ ਦਮ ਹੁੰਦਾ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਸਾਡੇ ਵਿਜੀਲੈਂਸ ਦੇ ਜੋ ਆਫੀਸ਼ੀਅਲਸ ਹੈਗੇ ਨੇ, ਸਾਡੇ ਕਲੀਗਸ ਹੀ ਨੇ, ਠੀਕ ਹੈ, ਉਹਨਾਂ ਦੀ ਸੂਝਵਾਨਤਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਉਹਨਾਂ ਨੂੰ ਕੁਝ ਇੱਦਾਂ ਉਹ ਦਿਨ ਰਾਤ ਮਿਹਨਤ ਵੀ ਕਰਦੇ ਨੇ ਕਿ ਜੇ ਕੁਝ ਗਲਤ ਚੀਜ਼ ਹੈਗੀ ਆ ਉਹਨੂੰ ਤੁਰੰਤ ਉਹ ਉਸ ਚੀਜ਼ ਨੂੰ ਪਕੜਦੇ ਵੀ ਨੇ, ਜੇ ਕੁਝ ਸਹੀ ਆ ਉਹਨੂੰ ਸਹੀ ਕਹਿੰਦੇ ਨੇ ਤੇ ਉਹਨਾਂ ਨੂੰ ਸਹੀ ਲੱਗੇ ਹੋਣਗੇ ਵੀ ਵਾਕਈ ਉਹ ਤੱਥਾਂ ਦੇ ਵਿੱਚ ਕੋਈ ਵਜ਼ਨ ਨਹੀਂ ਲੱਗਿਆ ਹੋਊਗਾ ਤਾਂ ਹੀ ਮੈਨੂੰ ਨਹੀਂ ਬੁਲਾਇਆ, ਨਹੀਂ ਤਾਂ 10 ਮਹੀਨੇ ਤੋਂ ਮੈਨੂੰ ਕਿਉਂ ਨਹੀਂ ਕਾਲ ਕੀਤਾ ਗਿਆ ਹੈਗਾ। ਤੁਸੀਂ ਸਾਰਾ ਕੰਮ ਜਿਵੇਂ ਤੁਸੀਂ ਕਹਿੰਦੇ ਹੋ ਨਿਯਮਾਂ ਦੇ ਮੁਤਾਬਕ ਕੀਤਾ, ਫਿਰ ਤੁਹਾਡੇ ਤੇ ਏਡੇ ਵੱਡੇ ਦੋਸ਼ ਲੱਗ ਕਿਉਂ ਰਹੇ ਨੇ? ਅਸਲ ਦੇ ਵਿੱਚ ਜੀ ਮੈਂ ਨਿਯਮਾਂ ਦੇ ਮੁਤਾਬਕ ਕੰਮ ਕਰ ਰਹੀ ਹਾਂ, ਇਸੇ ਕਰਕੇ ਦੋਸ਼ ਲੱਗ ਰਹੇ ਨੇ। ਠੀਕ ਹੈ ਜੀ। ਕਰੰਟਲੀ ਤੁਸੀਂ ਦੇਖਿਆ ਹੋਣਾ ਨਿਊਜ਼ ਦੇ ਵਿੱਚ ਵੀ ਕਿ ਇੱਕ 100 ਕਰੋੜ ਤੋਂ ਵੱਧ ਦੇ ਘੁਟਾਲੇ ਦੀ ਮੈਂ ਜਾਂਚ ਕਰ ਰਹੀ ਹੈਗੀ ਹਾਂ ਬਤੌਰ DDPO ਲੁਧਿਆਣਾ। ਇੱਥੇ ਸਾਡੇ ਬਲਾਕ ਲੁਧਿਆਣਾ 2 ਦੇ ਵਿੱਚ 6 ਪੰਚਾਇਤਾਂ ਹਨ ਜਿਨ੍ਹਾਂ ਦੇ ਵਿੱਚ ਐਕੁਜ਼ੀਸ਼ਨ ਦਾ ਕਰੀਬ 250 ਕਰੋੜ ਦੇ ਅਬਾਊਟ ਪੈਸਾ ਆਇਆ ਸੀ। ਉਸ ਪੈਸੇ ਨੂੰ ਬੜੇ ਹੀ ਇਰਰਿਸਪੌਂਸਿਬਲ ਤਰੀਕੇ ਦੇ ਨਾਲ ਖਰਚਣ ਸੰਬੰਧੀ ਜੋ ਸਾਡੇ ਮਾਨਯੋਗ ਮੰਤਰੀ ਸਾਹਿਬਾਨ ਹੈਗੇ ਨੇ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ, ਉਹਨਾਂ ਦੇ ਧਿਆਨ 'ਚ ਆਇਆ ਸੀ। ਉਹਨਾਂ ਨੇ ਮਹਿਕਮੇ ਰਾਹੀਂ ਮੇਰੇ ਤੋਂ ਕੁਝ ਡੇਟਾ ਮੰਗਿਆ ਕਿ ਇੱਥੇ ਜਾਂਚ ਕੀਤੀ ਜਾਵੇ, ਦੇਖਿਆ ਜਾਵੇ ਕਿ ਵਾਕਈ ਪੈਸਾ ਸਹੀ ਤਰੀਕੇ ਨਾਲ ਖਰਚਿਆ ਗਿਆ ਕਿ ਨਹੀਂ ਖਰਚਿਆ ਗਿਆ। ਤੇ ਇੱਥੇ ਮੈਂ ਪੂਰੇ ਉਹੀ ਜਿਵੇਂ ਤੁਹਾਡੀ ਗੱਲ ਦੇ ਵਿੱਚ ਤੁਸੀਂ ਕਿਹਾ ਵੀ ਪੂਰੇ ਨਿਯਮਾਂ ਦੇ ਨਾਲ ਪ੍ਰੋਪਰ ਟਰਾਂਸਪੇਰੈਂਸੀ ਦੇ ਨਾਲ ਬਿਨਾਂ ਕਿਸੇ ਦੇ ਡਰ ਤੋਂ ਮੈਂ ਉਸ ਇਨਕੁਆਇਰੀ ਨੂੰ ਹੀ ਕਰ ਰਹੀ ਹਾਂ। ਇਸ ਕਰਕੇ ਉਸ ਇਨਕੁਆਇਰੀ ਨੂੰ ਢਾਹ ਲਗਾਉਣ ਲਈ, ਮੇਰਾ ਅਕਸ ਨੂੰ ਖਰਾਬ ਕਰਨ ਲਈ ਇਹ ਸਾਰੀਆਂ ਜੋ ਟੁੱਚੀਆਂ ਮੈਂ ਕਹੂੰਗੀ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਕਿਉਂਕਿ ਇਸ ਤੋਂ ਪਹਿਲਾਂ ਮੈਨੂੰ ਥ੍ਰੈਟਸ ਦੇਣ ਦਾ ਵੀ ਕੋਈ ਉਹਨਾਂ ਦਾ ਪ੍ਰਭਾਵ ਮੇਰੇ 'ਤੇ ਨਹੀਂ ਪਿਆ। ਮੈਨੂੰ ਹੋਰ ਬਹੁਤ ਤਰ੍ਹਾਂ ਦੇ ਪ੍ਰੈਸ਼ਰਸ ਉਹਨਾਂ ਨੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਹਰ ਉਸ ਪ੍ਰੈਸ਼ਰ ਦੇ ਅਗੇਂਸਟ ਖੜ ਕੇ ਵੀ ਇਸ ਇਨਕੁਆਇਰੀ ਨੂੰ ਤਨਦੇਹੀ ਦੇ ਨਾਲ ਕਰ ਰਹੀ ਹਾਂ ਕਿਉਂਕਿ ਉਹ ਅੱਜ ਦੀ ਡੇਟ 'ਚ ਮੇਰੀ ਡਿਊਟੀ ਹੈਗੀ ਹੈ। ਠੀਕ ਹੈ ਜੀ। ਤੇ ਜਦੋਂ ਕੋਈ ਵੀ ਇਹਨਾਂ ਦਾ ਹੱਲ ਨਹੀਂ ਚੱਲਿਆ ਹੈਗਾ ਤਾਂ ਹੁਣ ਆਹ ਫਾਈਨਲੀ ਇਮੇਜ ਇੱਕ ਮੀਡੀਆ ਦੇ ਵਿੱਚ ਮੇਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ, ਪਰ ਮੈਨੂੰ ਇਹਦੀ ਵੀ ਕੋਈ ਪਰਵਾਹ ਨਹੀਂ ਹੈਗੀ ਕਿਉਂਕਿ ਮੇਰੇ ਕੋਲ ਸਾਰੇ ਫੈਕਟਸ ਕਲੀਅਰ ਨੇ, ਮੇਰੇ ਕੋਲ ਸਾਰੇ ਕਾਗਜ਼ ਪਏ ਹੋਏ ਨੇ ਤੇ ਮੈਂ ਕਿਸੇ ਵੀ ਇਨਕੁਆਇਰੀ ਲਈ ਓਪਨ ਹਾਂ। ਇਹ ਕਿਹੜੇ ਲੋਕ ਨੇ? ਇਹ ਤਾਂ ਹੁਣ ਜਦੋਂ ਸਾਹਮਣੇ ਆਉਣਗੇ ਜੀ, ਕਿਉਂਕਿ ਮੈਨੂੰ ਤਾਂ ਅੱਜ ਤੱਕ ਮੇਰੀ ਸ਼ਿਕਾਇਤ ਦੇ ਵਿੱਚ ਇਹ ਵੀ ਨਹੀਂ ਪਤਾ ਕਿ ਸ਼ਿਕਾਇਤਕਰਤਾ ਕੌਣ ਹੈਗਾ। ਠੀਕ ਹੈ ਜੀ। ਹਾਲਾਂਕਿ ਇੱਥੇ ਮੈਂ ਇਹ ਵੀ ਥਰੂ ਮੀਡੀਆ ਇਹ ਰਿਕੁਐਸਟ ਅਪੀਲ ਸਭ ਕੁਝ ਹੀ ਕਰਨਾ ਚਾਹੂੰਗੀ ਔਨ ਬਿਹਾਫ ਆਫ ਆਲ ਆਫਿਸਰਸ ਕਿ ਆਪਣੀ ਸਰਕਾਰ ਨੇ ਇੱਕ ਬੜਾ ਵਧੀਆ ਇੱਕ ਪ੍ਰੋਵੀਜ਼ਨ ਦਿੱਤਾ ਹੋਇਆ ਕਿ ਜਦੋਂ ਵੀ ਕਿਸੇ ਸਰਕਾਰੀ ਮੁਲਾਜ਼ਮ ਦੇ ਅਗੇਂਸਟ ਕੋਈ ਕੰਪਲੇਂਟ ਹੁੰਦੀ ਹੈ ਉਹਦੇ ਕੋਲ ਇਹ ਅਧਿਕਾਰ ਹੁੰਦਾ ਕਿ ਉਹ ਕੰਪਲੇਨੈਂਟ ਤੋਂ ਇੱਕ ਹਲਫੀਆ ਬਿਆਨ ਲਵੇ ਕਿ ਜੇਕਰ ਇਹ ਕੰਪਲੇਂਟ ਗਲਤ ਨਿਕਲਦੀ ਹੈ ਤਾਂ ਉਹਦੇ ਤੇ ਪਰਚਾ ਹੋ ਸਕਦਾ। ਠੀਕ ਹੈ, ਜੋ ਕਿ ਇੱਕ ਬਹੁਤ ਵਧੀਆ ਸਪੋਰਟਿਵ ਇੱਕ ਚੀਜ਼ ਹੈ ਜੋ ਸਾਨੂੰ ਐਜ਼ ਆਫਿਸਰਸ ਫੀਲਡ 'ਚ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ ਔਰ ਖਾਸ ਤੌਰ 'ਤੇ ਲੇਡੀ ਆਫਿਸਰਸ ਨੂੰ ਬਹੁਤ ਜ਼ਰੂਰੀ ਹੈ। ਨਹੀਂ ਤਾਂ ਕੋਈ ਵੀ ਪਰਸਨ ਇਸ ਤੇ ਚਿੱਟੇ ਕਾਗਜ਼ 'ਤੇ 2 ਅੱਖਰ ਲਿਖ ਕੇ ਬਲੈਕਮੇਲ ਕਰਨਾ ਸਟਾਰਟ ਕਰ ਦਿੰਦਾ ਹੈਗਾ। ਸੋ ਇੱਥੇ ਮੈਂ ਅਪੀਲ ਵੀ ਕਰੂੰਗੀ, ਮੈਂ ਵਿਜੀਲੈਂਸ ਡਿਪਾਰਟਮੈਂਟ ਨੂੰ ਬੇਨਤੀ ਵੀ ਕਰੂੰਗੀ, ਸੀਨੀਅਰ ਆਫਿਸਰਸ ਨੂੰ ਵੀ, ਮੈਂ ਸਰਕਾਰ ਨੂੰ ਵੀ ਬੇਨਤੀ ਕਰੂੰਗੀ ਕਿ ਪਲੀਜ਼ ਉਸ ਦਾ ਨੋਰਮ ਜੋ ਹੈ ਉਹ ਫੋਲੋ ਕੀਤਾ ਜਾਵੇ। ਜਿਵੇਂ ਮੇਰੇ ਕੇਸ ਹੈ, ਜੇ ਉਹਦੇ ਵਿੱਚ ਕੋਈ ਰਿਪੋਰਟ ਮੰਗੀ ਵੀ ਜਾ ਰਹੀ ਹੈ, ਕੋਈ ਇਨਕੁਆਇਰੀ ਜੇ ਇਨੀਸ਼ੀਏਟ ਵੀ ਹੋਈ ਹੈ, ਘੱਟ ਤੋਂ ਘੱਟ ਮੈਨੂੰ ਕੰਪਲੇਨੈਂਟ ਦਾ ਨਾਮ ਦੱਸਿਆ ਜਾਵੇ, ਮੈਨੂੰ ਇਹ ਅਧਿਕਾਰ ਦਿੱਤਾ ਜਾਵੇ ਕਿ ਮੈਂ ਉਹ ਤੋਂ ਹਲਫੀਆ ਬਿਆਨ ਮੰਗ ਸਕਾਂ ਤਾਂ ਕਿ ਜੇ ਕੱਲ੍ਹ ਨੂੰ ਜਦੋਂ ਉਹ ਪ੍ਰੂਵ ਹੋਣਗੇ ਦੋਸ਼ ਗਲਤ ਹੋਣਗੇ ਔਰ ਜੋ ਮੇਰੇ ਕੇਸ 'ਚ ਆਈ ਐਮ 200% ਸ਼ੋਰ ਕਿ ਉਹ ਗਲਤ ਪ੍ਰੂਵ ਹੋਣਗੇ ਤਾਂ ਉਸ ਬੰਦੇ ਦੇ ਉੱਤੇ ਮੈਂ ਕਾਨੂੰਨੀ ਕਾਰਵਾਈ ਵੀ ਕਰ ਸਕਾਂ। ਇਹ ਸਾਨੂੰ DDPO ਮੈਡਮ ਨਵਦੀਪ ਕੌਰ ਸੀ ਜਿਹੜੇ ਕਹਿੰਦੇ ਕਿ ਜਿਹੜੇ ਵੀ ਉਹਨਾਂ ਨੇ ਕੰਮ ਕੀਤੇ ਆ ਉਹ ਨਿਯਮਾਂ ਮੁਤਾਬਕ ਕੀਤੇ ਆ, ਸਾਰੇ ਦੋਸ਼ ਆ ਜਿਹੜੇ ਬੇਬੁਨਿਆਦ ਨੇ ਤੇ ਉਹ ਹਰ ਜਾਂਚ ਲਈ ਤਿਆਰ ਨੇ। ਕੈਮਰਾਮੈਨ ਸੁਰਿੰਦਰ ਦੇ ਨਾਲ ਪੰਜਾਬ ਪ੍ਰਾਈਮ TV ਦੇ ਲਈ ਰਵੀ ਭਾਟੀਆ।